ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਪੂਰਾ ਭਇਆ ਕਿਰਪਾਲ, ਹਿਰਦੇ ਬਸਿਆ ਸਦਾ ਗੋਪਾਲ। ਰਾਮ ਰਮਤਾ ਸਦਹੀ ਸੁਖ ਪਾਇਆ, ਮਾਇਆ ਕਰੀ ਪੂਰਨ ਹਰ ਰਾਇਆ। ਕਹੋ ਨਾਨਕ ਜਾ ਕੀ ਪੂਰੇ ਭਾਗ, ਹਰ ਹਰ ਨਾਮ ਅਸਥਿਰ ਸੁਹਾਗ। ਜੁਗੋ ਜੁਗ ਅਟਲ ਚਵਰ ਸਤਰ ਤਖਤ ਦੀ ਮਾਲਕ, ਗੁਰਤਾ ਗਰਦੀ ਤੇ ਬਿਰਾਜਮਾਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਦਾ ਖਾਸ ਰੂਪ ਸਾਧ ਸੰਗ ਜੀਓ। ਆਪ ਸਰਬੱਤ ਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ। ਜੀਆਂ ਨੂੰ ਆਖਿਆ ਜਾਂਦਾ ਹੈ। ਸੋ ਆਓ ਗੁਰਮੁਖ ਪਿਆਰਿਓ, ਅੱਜ ਫੇਰ ਰਲ ਮਿਲ ਕੇ ਸਤਿਗੁਰਾਂ ਦੇ ਵਚਨਾਂ ਦੇ ਨਾਲ ਸਾਂਝ ਪਾਈਏ। ਜਿਨ੍ਹਾਂ ਵਚਨਾਂ ਦੇ ਨਾਲ ਅੱਜ ਆਪਾਂ ਰਲ ਮਿਲ ਕੇ ਸਾਂਝ ਪਾਵਾਂਗੇ, ਉਹ ਵਚਨ ਧੰਨ ਧੰਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਨੇ। ਅੱਜ ਦੀ ਇਹਨਾਂ ਵਚਨਾਂ ਦੀ ਦੁਆਰਾ ਸਤਿਗੁਰੂ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਗੌੜੀ ਮੁਹੱਲਾ ਪੰਜਵਾ। ਸਿਮਰ 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 ਸੁਖ ਪਾਇਆ, ਚਰਨ ਕਮਲ ਗੁਰ ਹਿਰਦੈ ਵਸਾਇਆ। ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਇਸ ਸ਼ਬਦ ਦੀ ਸ਼ੁਰੂਆਤ ਇਹਨਾਂ ਬਚਨਾਂ ਦੇ ਨਾਲ ਕਰਦੇ ਨੇ। ਇਸ ਸ਼ਬਦ ਦੀਆਂ ਜੋ ਰਹਾਉ ਵਾਲੀਆਂ ਪੰਕਤੀਆਂ ਨੇ, ਉਹਨਾਂ ਦੇ ਦੁਆਰਾ ਗੁਰੂ ਪਾਤਸ਼ਾਹ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ, ਗੁਰ ਗੋਬਿੰਦ ਪਾਰ ਬ੍ਰਹਮ ਪੂਰਾ, ਤਿਸੇ ਆਰਾਧ ਮੇਰਾ ਮਨ ਧੀਰਾ। ਰਹਾਉ ਪੂਰਾ ਦਾ ਭਾਵ ਹੁੰਦਾ ਹੈ ਸਾਰੇ ਗੁਣਾਂ ਵਾਲਾ, ਜਿਸ ਦੇ ਵਿੱਚ ਸਾਰੇ ਗੁਣ ਹੋਣ। ਤਿਸੇ ਦਾ ਭਾਵ ਹੁੰਦਾ ਹੈ ਉਸ ਨੂੰ, ਧੀਰਾ ਦਾ ਭਾਵ ਹੁੰਦਾ ਹੈ ਧੀਰਜ ਵਾਲਾ। ਸਤਿਗੁਰੂ ਕਹਿੰਦੇ, ਹੇ ਭਾਈ, ਗੋਬਿੰਦ ਪਾਰ ਬ੍ਰਹਮ ਸਭ ਹਸਤੀਆਂ ਦੇ ਨਾਲੋਂ ਵੱਡਾ ਹੈ, ਸਾਰੇ ਗੁਣਾਂ ਦਾ ਮਾਲਕ ਹੈ। ਉਸ ਦੇ ਵਿੱਚ ਕੋਈ ਕਿਸੇ ਕਿਸਮ ਦੀ ਘਾਟ ਨਹੀਂ ਹੈ। ਉਸ ਗੋਬਿੰਦ ਨੂੰ ਆਰਾਧ ਕੇ ਮੇਰਾ ਮਨ ਹੌਸਲੇ ਵਾਲਾ ਬਣ ਜਾਂਦਾ ਹੈ ਤੇ ਅਨੇਕਾਂ ਕਿਲ ਬਿਖਾਂ ਦਾ ਟਾਕਰਾ ਕਰਨ ਦੇ ਜੋਗਾ ਹੋ ਜਾਂਦਾ ਹੈ। ਉਹਨਾਂ ਦੇ ਨਾਲ ਲੜਨ ਦਾ ਹੌਸਲਾ ਪੈਦਾ ਹੋ ਜਾਂਦਾ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਸ਼ਬਦ ਦੀ ਸ਼ੁਰੂਆਤ ਕਰਦੇ ਨੇ, ਸਿਮਰ 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 ਸੁਖ ਪਾਇਆ, ਚਰਨ ਕਮਲ ਗੁਰ ਹਿਰਦੈ ਵਸਾਇਆ। ਸਿਮਰ ਦਾ ਭਾਵ ਹੁੰਦਾ ਹੈ ਸਾਧ ਸੰਗਤ ਜੀ ਸਿਮਰ ਕੇ। ਸੁਖ ਦਾ ਭਾਵ ਹੁੰਦਾ ਹੈ ਆਤਮਿਕ ਆਨੰਦ। ਚਰਨ ਕਮਲ ਗੁਰ ਦਾ ਭਾਵ ਹੁੰਦਾ ਹੈ ਗੁਰੂ ਦੇ ਸੋਹਣੇ ਚਰਨ ਕੌਲ ਫੁੱਲਾਂ ਵਰਗੇ। ਹਿਰਦੇ ਦਾ ਭਾਵ ਹੁੰਦਾ ਹੈ ਹਿਰਦੇ ਦੇ ਵਿੱਚ। ਪਾਤਸ਼ਾਹ ਕਹਿੰਦੇ, ਸਿਮਰ 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 ਸੁਖ ਪਾਇਆ, ਚਰਨ ਕਮਲ ਗੁਰ ਹਿਰਦੈ ਵਸਾਇਆ। ਸਤਿਗੁਰੂ ਕਹਿੰਦੇ, ਪਰ ਹੇ ਭਾਈ, ਗੋਬਿੰਦ ਦਾ ਆਰਾਧਨ ਗੁਰੂ ਦੇ ਰਾਹੀਂ ਮਿਲਦਾ ਹੈ। ਜਿਸ ਮਨੁੱਖ ਨੇ ਗੁਰੂ ਦੇ ਸੋਹਣੇ ਚਰਨ ਆਪਣੇ ਹਿਰਦੇ ਵਿੱਚ ਵਸਾਏ ਨੇ, ਉਸਨੇ ਗੋਬਿੰਦ ਦਾ ਨਾਮ ਸਿਮਰ ਸਿਮਰ ਕੇ ਆਤਮਿਕ ਆਨੰਦ ਮਾਣਿਆ ਹੈ।
ਪਾਤਸ਼ਾਹ ਕਹਿੰਦੇ ਅਨ ਦਿਨ ਜਪੋ ਗੁਰੂ ਗੁਰ ਨਾਮ, ਤਾਂ ਤੇ ਸਿੱਧ ਭਾਏ ਸਗਲ ਕਾਮ। ਅਨ ਦਿਨ ਦਾ ਭਾਵ ਹੁੰਦਾ ਹੈ ਹਰ ਰੋਜ਼ ਹਰ ਵੇਲੇ। ਅਨ ਦਿਨ ਜਪੋ ਗੁਰੂ ਗੁਰ ਨਾਮ। ਜਪੋ ਦਾ ਭਾਵ ਹੁੰਦਾ ਮੈਂ ਜਪਦਾ ਹਾਂ। ਤਾਂ ਤੇ ਦਾ ਭਾਵ ਹੁੰਦਾ ਉਸ ਦੀ ਬਰਕਤ ਦੇ ਨਾਲ। ਸਿੱਧ ਦਾ ਭਾਵ ਹੁੰਦਾ ਸਫਲਤਾ। ਸਿੱਧ ਸਗਲ ਨਾ ਕਾਮ ਦਾ ਭਾਵ ਹੁੰਦਾ ਸਾਰੇ ਕੰਮਾਂ ਦੀ ਸਫਲਤਾ। ਪਾਤਸ਼ਾਹ ਕਹਿੰਦੇ ਅਨ ਦਿਨ ਜਪੋ ਗੁਰੂ ਗੁਰ ਨਾਮ, ਤਾਂ ਤੇ ਸਿੱਧ ਭਾਈ ਸਗਲ ਕਾਮ। ਹੇ ਭਾਈ, ਮੈਂ ਤਾਂ ਹਰ ਵੇਲੇ ਆਪਣੇ ਗੁਰੂ ਦਾ ਨਾਮ ਚੇਤੇ ਰੱਖਦਾ ਹਾਂ। ਗੁਰੂ ਦੀ ਮਿਹਰ ਦੇ ਨਾਲ ਗੋਬਿੰਦ ਦਾ ਸਿਮਰਨ ਪ੍ਰਾਪਤ ਹੁੰਦਾ ਹੈ ਤੇ ਉਸ ਸਿਮਰਨ ਦੀ ਬਰਕਤ ਦੇ ਨਾਲ ਸਾਰੇ ਕੰਮਾਂ ਦੇ ਵਿੱਚ ਸਫਲਤਾ ਹਾਸਲ ਹੁੰਦੀ ਹੈ। ਉਸ ਮਨੁੱਖ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਨੇ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਦਰਸ਼ਨ ਦੇਖ ਸੀਤਲ ਮਨ ਭਏ, ਜਨਮ ਜਨਮ ਕੀ ਕਿਲ ਵਿਖ ਗਏ। ਦਰਸ਼ਨ ਦੇਖ ਸੀਤਲ ਮਨ ਭਏ। ਦੇਖ ਦਾ ਭਾਵ ਹੁੰਦਾ ਹੈ ਵੇਖ ਕੇ। ਸੀਤਲ ਮਨ ਦਾ ਭਾਵ ਹੁੰਦਾ ਹੈ ਠੰਡੇ ਠਾਰ ਮਨ ਵਾਲੇ। ਕਿਲ ਵਿਖ ਦਾ ਭਾਵ ਹੁੰਦਾ ਹੈ ਪਾਪ। ਸਤਿਗੁਰੂ ਕਹਿੰਦੇ ਹੇ ਭਾਈ, ਗੁਰੂ ਦੇ ਰਾਹੀ ਹਰ ਥਾਂ ਪਰਮਾਤਮਾ ਦਾ ਦਰਸ਼ਨ ਕਰਕੇ ਦਰਸ਼ਨ ਕਰਨ ਵਾਲੇ ਠੰਡੇ ਠਾਰ ਵਾਲੇ ਮਨੁੱਖ ਬਣ ਜਾਂਦੇ ਨੇ। ਉਹਨਾਂ ਦਾ ਮਨ ਠੰਡਾ ਹੋ ਜਾਂਦਾ ਹੈ ਤੇ ਉਹ ਠੰਡੇ ਠਾਰ ਮਨ ਵਾਲੇ ਹੋ ਜਾਂਦੇ ਨੇ। ਉਹਨਾਂ ਦੇ ਅਨੇਕਾਂ ਪਹਿਲੇ ਜਨਮਾਂ ਦੇ ਕੀਤੇ ਹੋਏ ਪਾਪ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਾਰੇ ਨਾਸ ਹੋ ਜਾਂਦੇ ਨੇ। ਅੱਗੇ ਸਤਿਗੁਰੂ ਫਿਰ ਬਖਸ਼ਿਸ਼ ਕਰਦੇ ਨੇ ਕਿ ਕਹੋ ਨਾਨਕ ਕਹਾਂ ਪੈ ਭਾਈ, ਆਪਣੇ ਸੇਵਕੀ ਆਪ ਪੈਜ ਰਖਾਈ। ਭਾਈ ਦਾ ਭਾਵ ਹੁੰਦਾ ਹੈ ਭਾਈ। ਭੈ ਦਾ ਭਾਵ ਹੁੰਦਾ ਡਰ ਖਤਰੇ। ਪੈਜ ਦਾ ਭਾਵ ਹੁੰਦਾ ਇੱਜ਼ਤ। ਗੁਰੂ ਪਾਤਸ਼ਾਹ ਕਹਿੰਦੇ ਕਹੋ ਨਾਨਕ ਕਹਾ ਭੈ ਭਾਈ, ਆਪਣੇ ਸੇਵਕੀ ਆਪ ਪੈਜ ਰਖਾਈ। ਸਤਿਗੁਰੂ ਕਹਿੰਦੇ ਹੇ ਨਾਨਕ ਆਖ, ਹੇ ਭਾਈ, ਗੁਰੂ ਦੀ ਸ਼ਰਨ ਪੈ ਕੇ ਗੋਬਿੰਦ ਦਾ ਨਾਮ ਸਿਮਰਿਆ, ਦੁਨੀਆ ਵਾਲੇ ਸਾਰੇ ਡਰ ਖਤਰੇ ਮਨ ਤੋਂ ਲੈ ਜਾਂਦੇ ਨੇ। ਪਰਮਾਤਮਾ ਦੀ ਬੰਦਗੀ ਕਰਨ ਵਾਲਾ ਮਨੁੱਖ ਆਪਣੇ ਮਨ ਤੋਂ ਡਰ ਦੂਰ ਕਰਕੇ ਆਪਣਾ ਸੋਹਣਾ ਜੀਵਨ ਬਸਰ ਕਰਦਾ ਹੈ, ਕਿਉਂਕਿ ਸਿਮਰਨ ਦੀ ਬਰਕਤ ਦੇ ਨਾਲ ਇਹ ਯਕੀਨ ਬਣ ਜਾਂਦਾ ਹੈ, ਇਹ ਭਰੋਸਾ ਬਣ ਜਾਂਦਾ ਹੈ ਕਿ ਗੋਬਿੰਦ ਆਪਣੇ ਸੇਵਕ ਦੀ ਆਪ ਪੈਜ ਰੱਖਦਾ ਹੈ ਤੇ ਉਹ ਪਰਮਾਤਮਾ ਆਪਣੇ ਸੇਵਕਾਂ ਦੀ ਲਾਜ ਇੱਜ਼ਤ ਧੁਰ ਤੋਂ ਹੀ ਰੱਖਦਾ ਆਇਆ ਹੈ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਫਿਰ ਬਖਸ਼ਿਸ਼ ਕਰਦੇ ਨੇ। ਗੌੜੀ ਮਹੱਲਾ ਪੰਜਵਾ। ਆਪਣੇ ਸੇਵਕ ਕਉ ਆਪ ਸਹਾਈ, ਨਿਤ ਪ੍ਰਤਪਾਰੈ ਬਾਪ ਜਿਸੇ ਮਾਈ। ਸਤਿਗੁਰੂ ਅਰਜਨ ਦੇਵ ਮਹਾਰਾਜ ਇਸ ਸ਼ਬਦ ਦੀ ਸ਼ੁਰੂਆਤ ਇਹਨਾਂ ਬਚਨਾਂ ਦੇ ਨਾਲ ਕਰਦੇ ਨੇ। ਇਸ ਸ਼ਬਦ ਦੀਆਂ ਜੋ ਰਹਾਉ ਵਾਲੀਆਂ ਪੰਕਤੀਆਂ ਨੇ, ਉਹਨਾਂ ਦੇ ਦੁਆਰਾ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਪ੍ਰਭ ਕੀ ਸਰਨ ਉਬਰੈ ਸਭ ਕੋਏ, ਕਰਨ ਕਰਾਵਨ ਪੂਰਨ ਸੱਚ ਸੋਏ ਰਹਾਉ। ਉਬਰੈ ਦਾ ਭਾਵ ਹੁੰਦਾ ਹੈ ਖਤਰਿਆਂ ਦੇ ਕਿਲਮੇਖਾਂ ਤੋਂ ਬਚ ਜਾਂਦਾ ਹੈ। ਸਭ ਕੋਈ ਦਾ ਭਾਵ ਹੁੰਦਾ ਹਰੇਕ ਜੀਵ। ਸੱਚ ਦਾ ਭਾਵ ਹੁੰਦਾ ਸਦਾ ਕਾਇਮ ਰਹਿਣ ਵਾਲਾ। ਸੋਏ ਦਾ ਭਾਵ ਹੁੰਦਾ ਉਹ ਪਰਮਾਤਮਾ। ਸਤਿਗੁਰੂ ਕਹਿੰਦੇ ਪ੍ਰਭ ਕੀ ਸਰਨ ਉਬਰੈ ਸਭ ਕੋਈ, ਕਰਨ ਕਰਾਵਨ ਪੂਰਨ ਸਚ ਸੋਏ ਰਹਾਉ।
ਸਤਿਗੁਰੂ ਕਹਿੰਦੇ ਹੇ ਭਾਈ, ਹਰੇਕ ਮਨੁੱਖ ਜਿਹੜਾ ਪਰਮਾਤਮਾ ਦੀ ਸ਼ਰਨ ਵਿੱਚ ਆਉਂਦਾ ਹੈ, ਹਰੇਕ ਮਨੁੱਖ ਜਿਹੜਾ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਉਂਦਾ ਹੈ, ਸਾਰੇ ਵਿਕਾਰਾਂ, ਡਰਾਂ, ਸਹਿਮਾਂ ਤੋਂ ਬਚ ਜਾਂਦਾ ਹੈ। ਉਹ ਮਨੁੱਖ ਉਸ ਨੂੰ ਭਰੋਸਾ ਬਣ ਜਾਂਦਾ ਹੈ ਕਿ ਉਹ ਸਰਬ ਵਿਆਪਕ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਤੇ ਸਭ ਜੀਵਾਂ ਦੇ ਪਾਸੋਂ ਸਭ ਕੁਝ ਕਰਾਉਣ ਵਾਲਾ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ, ਉਹਨੂੰ ਇਹ ਭਰੋਸਾ ਬਣ ਜਾਂਦਾ ਹੈ। ਤੇ ਸਤਿਗੁਰੂ ਅੱਗੇ ਫਿਰ ਬਖਸ਼ੇ ਕਰਦੇ ਨੇ ਕਿ ਸਤਿਗੁਰੂ ਕਹਿੰਦੇ ਆਪਣੇ ਸੇਵਕੋ ਆਪ ਸਹਾਈ, ਨਿਤ ਪ੍ਰਤਪਾਰੈ ਬਾਪ ਜੈਸੇ ਮਾਈ। ਕਉ ਦਾ ਭਾਵ ਹੁੰਦਾ ਸਤਸੰਗ ਜੀ ਵਾਸਤੇ, ਆਪਣੇ ਸੇਵਕ ਕਉ ਦਾ ਭਾਵ ਹੁੰਦਾ ਵਾਸਤੇ, ਆਪ ਸਹਾਈ ਦਾ ਭਾਵ ਹੁੰਦਾ ਮਦਦਗਾਰ, ਸਹਾਇਤਾ ਕਰਨ ਵਾਲਾ। ਨਿਤ ਦਾ ਭਾਵ ਹੁੰਦਾ ਸਦਾ, ਪ੍ਰਤਪਾਰਾ ਦਾ ਭਾਵ ਹੁੰਦਾ ਪਾਲਣਾ ਕਰਦਾ, ਸੰਭਾਲ ਕਰਦਾ। ਗੁਰੂ ਪਾਤਸ਼ਾਹ ਕਹਿੰਦੇ ਆਪਣੀ ਸੇਵਕੋ ਆਪ ਸਹਾਈ, ਨਿਤ ਪ੍ਰਤਪਾਰੈ ਬਾਪ ਜੈਸੇ ਮਾਈ। ਸਤਿਗੁਰੂ ਕਹਿੰਦੇ ਹੇ ਭਾਈ, ਪਰਮਾਤਮਾ ਆਪਣੇ ਸੇਵਕ ਦੇ ਵਾਸਤੇ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ। ਪਰਮਾਤਮਾ ਆਪਣੇ ਸੇਵਕ ਦੇ ਵਾਸਤੇ ਸਦਾ ਮਦਦਗਾਰ ਬਣਿਆ ਰਹਿੰਦਾ ਹੈ, ਸਦਾ ਆਪਣੇ ਸੇਵਕ ਦੀ ਸੰਭਾਲ ਕਰਦਾ ਹੈ। ਉਹ ਸੰਭਾਲ ਵੀ ਇੱਦਾਂ ਕਰਦਾ ਹੈ ਜਿਵੇਂ ਮਾਂ ਤੇ ਪਿਓ ਆਪਣੇ ਬੱਚੇ ਦੀ ਰਲ ਮਿਲ ਕੇ ਸੰਭਾਲ ਕਰਦੇ ਨੇ। ਉਹ ਪਰਮਾਤਮਾ ਵੀ ਆਪਣੇ ਸੇਵਕਾਂ ਨੂੰ ਇੱਕ ਮਾਂ-ਬਾਪ ਦੀ ਵਾਂਗ, ਜਿਵੇਂ ਮਾਂ-ਬਾਪ ਬੱਚੇ ਨੂੰ ਸੰਭਾਲਦੇ ਨੇ, ਉੱਦਾਂ ਆਪਣੇ ਸੇਵਕ ਨੂੰ ਸੰਭਾਲਦਾ ਹੈ ਉਹ ਪਰਮਾਤਮਾ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਫਿਰ ਬਖਸ਼ੇ ਕਰਦੇ ਨੇ। ਪਾਤਸ਼ਾਹ ਕਹਿੰਦੇ ਅਬ ਮਨ ਥਮਿਆ ਕਰਨੈ ਹਾਰਾ, ਅਬ ਮਨ ਵਸਿਆ ਕਰਨੈ ਹਾਰਾ, ਭੈ ਬਿਨਸੀ ਆਤਮ ਸੁਖ ਸਾਰਾ। ਅਬ ਦਾ ਭਾਵ ਹੁੰਦਾ ਸਤਿਸੰਗ ਜੀ ਹੁਣ, ਅਬ ਮਨ ਵਸਿਆ ਕਰਨੈ ਹਾਰਾ। ਮਨ ਦਾ ਭਾਵ ਹੁੰਦਾ ਮਨ ਦੇ ਵਿੱਚ, ਕਰਨੈ ਹਾਰਾ ਦਾ ਭਾਵ ਹੁੰਦਾ ਪੈਦਾ ਕਰਨ ਵਾਲਾ ਪਰਮੇਸ਼ਰ, ਸਾਰਾ ਦਾ ਭਾਵ ਹੁੰਦਾ ਸੰਭਾਲਿਆ ਹੈ, ਮਾਣਿਆ ਹੈ। ਅਬ ਮਨ ਵਸਿਆ ਕਰਨੈ ਹਾਰਾ। ਹੇ ਭਾਈ, ਸਭ ਕੁਝ ਕਰਨ ਦੀ ਸਮਰੱਥਾ ਰੱਖਣ ਵਾਲਾ ਪਰਮਾਤਮਾ ਮੇਰੇ ਮਨ ਦੇ ਵਿੱਚ ਆ ਵਸਿਆ। ਹੁਣ ਮੇਰੇ ਵਾਸਤੇ ਸਾਰੇ ਡਰ, ਖਤਰੇ ਨਾਸ ਹੋ ਗਏ ਨੇ ਤੇ ਮੈਂ ਆਤਮਿਕ ਆਨੰਦ ਮਾਣ ਰਿਹਾ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਫਿਰ ਬਖਸ਼ੇ ਕਰਦੇ ਨੇ। ਪਾਤਸ਼ਾਹ ਕਹਿੰਦੇ ਕਰ ਕਿਰਪਾ ਆਪਣੇ ਜਨ ਰਾਖੇ, ਜਨਮ ਜਨਮ ਕੀ ਕਿਲ ਵਿਖ ਲਾਥੇ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹੇ ਭਾਈ, ਪਰਮਾਤਮਾ ਕਿਰਪਾ ਕਰਕੇ ਆਪਣੇ ਸੇਵਕਾਂ ਦੀ ਆਪ ਰੱਖਿਆ ਕਰਦਾ ਹੈ। ਉਹਨਾਂ ਦੇ ਪਹਿਲੇ ਅਨੇਕਾਂ ਜਨਮਾਂ ਦੇ ਕੀਤੇ ਪਾਪਾਂ ਦੇ ਸੰਸਕਾਰ ਉਹਨਾਂ ਦੇ ਮਨ ਤੋਂ ਲੈ ਜਾਂਦੇ ਨੇ। ਤੇ ਸਤਿਗੁਰੂ ਫਿਰ ਬਖਸ਼ੇ ਕਰਦੇ ਨੇ। ਪਾਤਸ਼ਾਹ ਕਹਿੰਦੇ ਕਹਿਣ ਨਾ ਜਾਏ ਪ੍ਰਭ ਕੀ ਵਡਿਆਈ, ਨਾਨਕ ਦਾਸ ਸਦਾ ਸਰਨਾਈ। ਕਹਿਣ ਨਾ ਜਾਈ ਦਾ ਭਾਵ ਹੁੰਦਾ ਦੱਸੀ ਨਹੀਂ ਜਾ ਸਕਦੀ। ਵਡਿਆਈ ਦਾ ਭਾਵ ਹੁੰਦਾ ਮਹਿਮਾ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਹਿਣ ਨਾ ਜਾਏ ਪ੍ਰਭ ਕੀ ਵਡਿਆਈ, ਨਾਨਕ ਦਾਸ ਸਦਾ ਸਰਨਾਈ। ਪਰਮਾਤਮਾ ਕਿੱਡੀ ਵੱਡੀ ਸਮਰੱਥਾ ਵਾਲਾ ਹੈ, ਉਹ ਪਰਮਾਤਮਾ ਕਿੱਡੀ ਵੱਡੀ ਹਸਤੀ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ, ਇਹ ਦੱਸਿਆ ਨਹੀਂ ਜਾ ਸਕਦਾ। ਹੇ ਨਾਨਕ, ਪਰਮਾਤਮਾ ਦੇ ਸੇਵਕ ਸਦਾ ਪਰਮਾਤਮਾ ਦੀ ਸ਼ਰਨ ਪਏ ਰਹਿੰਦੇ ਨੇ, ਜਿਹੜੇ ਪਰਮਾਤਮਾ ਦੇ ਸੇਵਕ ਨੇ। ਤੇ ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ੇ ਕਰਦੇ ਨੇ ਕਿ ਰਾਗ ਗੌੜੀ ਚੇਤੀ ਮਹੱਲਾ ਪੰਜਵਾ ਦੋਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਮ ਕੋ ਬਲ ਪੂਰਨ ਭਾਈ,
ਤਾਂ ਤੇ ਬਿਰਥਾ ਨਾ ਵਿਆਪੈ ਕਾਈ। ਸਤਿਗੁਰੂ ਅਰਜਨ ਦੇਵ ਮਹਾਰਾਜ ਇਸ ਸ਼ਬਦ ਦੀ ਸ਼ੁਰੂਆਤ ਇਹਨਾਂ ਬਚਨਾਂ ਦੇ ਨਾਲ ਕਰਦੇ ਨੇ। ਪਾਤਸ਼ਾਹ ਕਹਿੰਦੇ ਰਾਮ ਕੋ ਬਲ ਪੂਰਨ ਭਾਈ ਤਾਂ ਤੇ ਬਿਰਥਾ ਨਾ ਵਿਆਪੈ ਕਾਈ ਰਹਾਓ। ਸਤਿਗੁਰੂ ਕਹਿੰਦੇ ਹੇ ਭਾਈ, ਪਰਮਾਤਮਾ ਦੀ ਤਾਕਤ ਹਰ ਥਾਂ ਆਪਣਾ ਪ੍ਰਭਾਵ ਪਾ ਰਹੀ ਹੈ। ਹੇ ਭਾਈ, ਪਰਮਾਤਮਾ ਦੀ ਤਾਕਤ ਹਰ ਥਾਂ ਆਪਣਾ ਪ੍ਰਭਾਵ ਪਾ ਰਹੀ ਹੈ। ਇਸ ਵਾਸਤੇ ਜਿਸ ਸੇਵਕ ਦੇ ਸਿਰ ਉੱਤੇ ਪਰਮਾਤਮਾ ਆਪਣਾ ਮਿਹਰ ਦਾ ਹੱਥ ਰੱਖਦਾ ਹੈ, ਉਸ ਤਾਕਤ ਦੀ ਬਰਕਤ ਦੇ ਨਾਲ ਉਸ ਸੇਵਕ ਦੇ ਉੱਤੇ ਕੋਈ ਦੁੱਖ ਕਲੇਸ਼ ਆਪਣਾ ਜ਼ੋਰ ਨਹੀਂ ਪਾ ਸਕਦੇ। ਉਸ ਨੂੰ ਕੋਈ ਦੁੱਖ ਲੱਗ ਨਹੀਂ ਸਕਦਾ ਉਸ ਮਨੁੱਖ ਨੂੰ ਜਿਹਤੇ ਪਰਮਾਤਮਾ ਆਪਣਾ ਮਿਹਰ ਦਾ ਭਰਿਆ ਹੱਥ ਰੱਖਦਾ ਹੈ। ਸਤਿਗੁਰੂ ਕਹਿੰਦੇ ਜੋ ਜੋ ਚਿਤਵੈ ਦਾਸ ਹਰ ਮਾਈ, ਸੋ ਸੋ ਕਰਤਾ ਆਪ ਕਰਾਈ। ਦਾਸ ਹਰ ਦਾ ਭਾਵ ਹੁੰਦਾ ਹੈ ਹਰੀ ਦਾ ਦਾਸ, ਮਾਈ ਦਾ ਭਾਵ ਹੁੰਦਾ ਹੈ ਹੇ ਮਾਂ, ਕਰਤਾ ਦਾ ਭਾਵ ਹੁੰਦਾ ਹੈ ਕਰਤਾਰ। ਸਤਿਗੁਰੂ ਕਹਿੰਦੇ ਜੋ ਜੋ ਚਿਤਵੈ ਦਾਸ ਹਰ ਮਾਈ, ਸੋ ਸੋ ਕਰਤਾ ਆਪ ਸਹਾਈ। ਸਤਿਗੁਰੂ ਕਹਿੰਦੇ ਹੀ ਮੇਰੀ ਮਾਂ, ਪਰਮਾਤਮਾ ਦਾ ਸੇਵਕਾ ਜਿਹੜੀ ਜਿਹੜੀ ਮੰਗ ਆਪਣੇ ਮਨ ਦੇ ਵਿੱਚ ਚਿਤਾਰਦਾ ਹੈ ਨਾ, ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਉਸ ਮੰਗ ਨੂੰ ਪੂਰੀ ਕਰ ਦਿੰਦਾ ਹੈ। ਜਿਹੜਾ ਸੇਵਕ ਆਪਣੇ ਮਨ ਦੇ ਵਿੱਚ ਚਿਤਾਰਦਾ ਰਹਿੰਦਾ ਵੀ ਮੈਨੂੰ ਆਹ ਵਸਤੂ ਚਾਹੀਦੀ ਹੈ, ਉਹ ਪਰਮਾਤਮਾ ਆਪਣੇ ਸੇਵਕ ਦੀ ਹਰ ਮੰਗ ਪੂਰੀ ਕਰ ਦਿੰਦਾ ਹੈ। ਸਤਿਗੁਰੂ ਕਹਿੰਦੇ ਨਿੰਦਕ ਕੀ ਪ੍ਰਭ ਪਤ ਗਵਾਈ, ਨਾਨਕ ਹਰ ਗੁਣ ਨਿਰਭਉ ਗਾਈ। ਪ੍ਰਭ ਦਾ ਭਾਵ ਹੁੰਦਾ ਹੈ ਪਰਮੇਸ਼ਰ ਨੇ, ਪਤ ਦਾ ਭਾਵ ਹੁੰਦਾ ਹੈ ਇੱਜ਼ਤ, ਨਾਨਕ ਦਾ ਭਾਵ ਹੈ ਹੇ ਨਾਨਕ। ਨਿੰਦਕ ਕੀ ਪ੍ਰਭ ਪਤ ਗਵਾਈ, ਨਾਨਕ ਹਰ ਗੁਣ ਨਿਰਭਉ ਗਾਈ। ਸਤਿਗੁਰੂ ਕਹਿੰਦੇ ਹੇ ਨਾਨਕ, ਪਰਮਾਤਮਾ ਦਾ ਸੇਵਕਾ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਤੇ ਦੁਨੀਆ ਦੇ ਡਰਾਂ ਵੱਲੋਂ ਨਿਡਰ ਹੋ ਜਾਂਦਾ ਹੈ, ਪਰ ਸੇਵਕ ਦੇ ਦੋਖੀ ਨਿੰਦਕ ਦੀ ਇੱਜ਼ਤ ਪਰਮੇਸ਼ਰ ਨੇ ਆਪ ਲੋਕ ਪਰਲੋਕ ਦੇ ਵਿੱਚ ਆਪ ਹੀ ਗਵਾ ਦਿੱਤੀ ਹੁੰਦੀ ਹੈ। ਉਹ ਪਰਮਾਤਮਾ ਆਪਣੇ ਸੇਵਕਾਂ ਦੇ ਜਿਹੜੀ ਉਹਨਾਂ ਦੀ ਨਿੰਦਿਆ ਕਰਨ ਵਾਲੇ ਹੁੰਦੇ ਨੇ, ਉਹਨਾਂ ਦੀ ਇੱਜ਼ਤ ਨੂੰ, ਉਹਨਾਂ ਦੀ ਪੱਤ ਨੂੰ ਪਰਮਾਤਮਾ ਆਪ ਗਵਾ ਦਿੰਦਾ ਹੈ। ਇਹ ਸੀ ਬਚਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ। ਤੇ ਇੱਥੇ ਅੱਜ ਆਪਾਂ ਸਮਾਪਤੀ ਕਰ ਦਿਆਂਗੇ। ਕੱਲ ਤੋਂ ਫਿਰ ਅਗਲੇ ਵਚਨਾਂ ਦੇ ਨਾਲ ਸਾਂਝ ਪਾਵਾਂਗੇ। ਇੱਥੋਂ ਤੱਕ ਸਤਿਗੁਰਾਂ ਦੇ ਵਚਨਾਂ ਦੇ ਨਾਲ ਸਾਂਝ ਪਾਉਂਦਿਆਂ ਤੋਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਰਹਿ ਗਈਆਂ ਹੋਣਗੀਆਂ ਜੋ ਆਪ ਜੀ ਦੇ ਧਿਆਨ ਵਿੱਚ ਆਈਆਂ ਹੋਣਗੀਆਂ। ਸਾਰੀਆਂ ਹੋਈਆਂ ਭੁੱਲਾਂ ਦੀ ਖਿਮਾ ਪਾਈ ਸੰਗਤ ਬਖਸ਼ਣਯੋਗ ਹੈ। ਆਪ ਸਰਬੱਤ ਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।